ਇਹਦੇ ਨਾਲ ਹੀ ਜਿਹੜਾ ਅੰਦੋਲਨ ਸਾਡੇ ਚੱਲ ਰਿਹਾ ਉਹ ਜਿਉਂ ਦੇ ਤਿਉਂ ਚੱਲਦਾ ਰਹੂਗਾ। ਗੱਡੀਆਂ ਚਲਾਉਣ ਬਾਰੇ ਵੀ ਕੱਲ ਨੂੰ ਰੇਲਵੇ ਮੰਤਰੀ ਵੀ ਉੱਥੇ ਬੈਠਣਗੇ ਸਾਡੀ ਮੀਟਿੰਗ 'ਚ, ਉਹਨਾਂ ਨੂੰ ਵੀ ਕਹਾਂਗੇ ਵੀ ਗੱਡੀਆਂ ਚਲਾਈਆਂ ਜਾਣ, ਮਾਲ ਗੱਡੀਆਂ ਜਿਹੜੀਆਂ ਕਿ ਐ ਲੱਗ ਰਿਹਾ ਜਿਵੇਂ ਪੰਜਾਬ ਨਾਲ ਧੱਕਾ ਕਰਕੇ ਰੁਕੀਆਂ ਹੋਈਆਂ ਨੇ। ਤੇ 26/27 ਨੂੰ ਜਿਹੜਾ ਆਲ ਇੰਡੀਆ 'ਚ ਅਸੀਂ ਫੈਸਲਾ ਕੀਤਾ ਹੋਇਆ, ਪੰਜਾਬ ਦੀਆਂ ਸਾਰੇ ਜਥੇਬੰਦੀਆਂ ਟਰੈਕਟਰ ਟਰਾਲੀ ਤੇ ਦਿੱਲੀ ਦਾ ਘਰਾਓ ਕਰਨਗੀਆਂ, ਉਹ ਵਿਰੋਧਬੰਦੀ ਬਣ ਚੁੱਕੀ ਆ। ਕੱਲ ਜੇ ਕੋਈ ਗੱਲ ਸਾਡੀ ਨਹੀਂ ਨਿਬੜਦੀ, ਉਹ ਸਾਡਾ ਜੋਧਾ ਤੋਂ 26/27 ਜਿਹੜੀ ਤਰੀਕ ਕਹੀ ਹੋਈ ਆ, ਹਜ਼ਾਰਾਂ ਟਰੈਕਟਰ ਟਰਾਲੀ, ਲੱਖਾਂ 'ਚ ਕਿਸਾਨ ਆਪਣਾ ਰਾਸ਼ਨ ਨਾਲ ਲੈ ਕੇ ਟਰੈਕਟਰ ਟਰਾਲੀਆਂ 'ਚ ਤੰਬੂ ਲਾ ਕੇ ਪੱਕੇ ਤੌਰ ਤੇ ਦਿੱਲੀ ਘੇਰਨ ਤੱਕ ਜਾਣਗੇ। ਜਦ ਤੱਕ ਇਹ ਤਿੰਨੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਜਦ ਤੱਕ ਸੰਘਰਸ਼ ਉੱਥੇ ਲੜਿਆ ਜਾਊਗਾ। ਤੇ ਤੁਸੀਂ ਕਿਹੜੇ ਮੁੱਦਿਆਂ ਤੇ ਗੱਲ ਕਰਨ ਬਾਰੇ ਸੋਚਿਆ, ਕਿਹੜੇ ਤੁਹਾਡੀਆਂ ਮੰਗਾਂ ਨੇ ਮੇਨ ਜਿੱਥੇ ਚਰਚਾ ਹੋਗੀ? ਅੱਜ ਮੀਟਿੰਗ 'ਚ ਕੀ ਹੋਇਆ? ਜਿਹੜੀ ਮੀਟਿੰਗ 'ਚ ਅੱਜ ਚਰਚਾ ਹੋਈ ਉਹ ਇਸ ਗੱਲ ਤੇ ਹੀ ਹੋਈ ਆ ਵੀ ਜਿਹੜੇ 3 ਕਾਨੂੰਨ ਪਹਿਲਾਂ ਵੀ ਅਸੀਂ 14 ਤਰੀਕ ਨੂੰ ਜਦੋਂ ਗਏ ਸੀ ਉਦੋਂ ਮੰਗ ਪੱਤਰ ਰੱਖਿਆ ਸੀ, ਉਹਦੇ 'ਚ ਕੋਈ ਅਮੈਂਡਮੈਂਟ ਅਸੀਂ ਕਰਨਾ ਚਾਹੁੰਦੇ ਆ। ਕੁਝ ਰਲੀਆਂ ਨਾਲ ਸਰਕਾਰ ਵੱਲੋਂ ਜਿਹੜੀਆਂ ਨਵੇਂ ਤੇ ਨਵੇਂ ਆਰਡੀਨੈਂਸ ਜਾਰੀ ਕਰਕੇ ਸਾਡੇ ਤੇ ਧੱਕਾ ਕੀਤਾ ਗਿਆ, ਉਹਦੀਆਂ ਅਸੀਂ ਨਾਲ ਅਮੈਂਡਮੈਂਟ ਜੋੜਨਾ ਚਾਹੁੰਦੇ ਆ ਮੰਗਾਂ 'ਚ। ਜਿਵੇਂ ਕਿ ਪਰਾਲੀ ਦੇ ਉੱਤੇ ਆਇਆ ਸੀ ਵੀ 1 ਕਰੋੜ ਰੁਪਏ ਦਾ ਜੁਰਮਾਨਾ ਉਹ ਜਿਹੜੇ ਜਾਣਗੇ, ਜਿਹੜੇ ਬੁੱਧੀਜੀਵੀਆਂ ਨੂੰ ਧਮਕਾਇਆ ਜਾ ਰਿਹਾ ਤੇ ਬੁੱਧੀਜੀਵੀਆਂ ਨੂੰ ਜਿਹੜਾ ਫੜਿਆ ਜਾ ਰਿਹਾ, ਉਹਨਾਂ ਨੂੰ ਛਡਾਉਣ ਤੇ ਇਸ ਗੱਲ ਲੜਿਆ ਜਾਊਗਾ। ਉਹ ਮੰਗਾਂ ਦੇ ਤੌਰ ਤੇ ਉੱਥੇ ਦੱਸਿਆ ਜਾਊਗਾ। ਤੇ ਜਿਹੜੀਆਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵੀ ਸਮਾਜ ਪੰਜਾਬ ਦਾ ਆਊਗਾ, ਸਰਕਾਰ ਦੀ ਜ਼ਿੰਮੇਵਾਰੀ ਹੋਊਗੀ। ਤੁਸੀਂ ਕੱਲ ਨੂੰ ਜਾਣਾ ਜਿਹੜਾ ਮੀਟਿੰਗ ਵਿੱਚ ਜਾਣਾ ਹੈ, ਤੇ ਜੇਕਰ ਤੁਹਾਡੀ ਕੱਲ ਨੂੰ ਉੱਥੇ ਗੱਲ ਸੁਣੀ ਜਾਂਦੀ ਆ, ਤੁਹਾਡੀ ਸੁਣਵਾਈ ਹੋਈ ਹੈ, ਫਿਰ 26 ਤੇ 27 ਵਾਲਾ ਜਿਹੜਾ ਦਿੱਲੀ ਵਾਲਾ ਪ੍ਰੋਗਰਾਮ ਫਿਰ ਉਹ ਰੱਦ ਸਮਝਿਆ ਜਾਊਗਾ। ਜੇ ਤੁਹਾਡੀ ਕੱਲ ਨੂੰ ਉੱਥੇ ਕਲੀਅਰ ਹੋ ਜਾਂਦੀ ਹੈ ਉੱਤੇ ਸਰਕਾਰ ਆਪਣੀ ਮਨਸ਼ਾ ਦੇ ਹਿਸਾਬ ਨਾਲ, ਸਾਡੀ ਮਨਸ਼ਾ ਦੇ ਹਿਸਾਬ ਨਾਲ ਗੱਲ ਕਰਦੀ ਹੈ ਤਾਂ ਉਹਦਾ ਫੈਸਲਾ 18 ਤਰੀਕ ਨੂੰ ਮੀਟਿੰਗ ਰੱਖੀ ਹੋਈ ਆ, ਉਹਦੇ 'ਚ ਫੈਸਲਾ ਕੀਤਾ ਜਾਊਗਾ ਵੀ ਅਗਲੀ ਰਣਨੀਤੀ ਕੀ ਹੋਊਗੀ। ਅੱਜ ਅਸੀਂ 26-27 ਤਰੀਕ ਤੇ ਰਹਿਣਾ ਤੇ ਸਾਡੀਆਂ ਤਿਆਰੀਆਂ ਟਰੈਕਟਰ ਟਰਾਲੀਆਂ ਨਾਲ ਲੱਖਾਂ ਕਿਸਾਨ ਲੈ ਕੇ ਜਾਣਗੇ। ਸਾਡੀ ਮੰਗ ਇਹ ਹੈ ਕਿ ਕੇਂਦਰੀ ਖੇਤੀ ਕਾਨੂੰਨ ਰੱਦ ਕੀਤਾ ਜਾਵੇ। ਕੱਲ ਖੇਤੀ ਮੰਤਰੀ ਤੇ ਰੇਲ ਮੰਤਰੀ ਦੀ ਮੀਟਿੰਗ ਹੈ ਤੁਹਾਡੇ ਨਾਲ, ਇਹ ਤਕਰੀਬਨ ਕਲੀਅਰ ਹੈ ਵੀ ਉਹ ਦੋਨਾਂ ਕੋਲ ਕੋਈ ਅਧਿਕਾਰ ਨਹੀਂ ਹੋਊਗਾ ਖੇਤੀ ਕਾਨੂੰਨ ਰੱਦ ਕਰਨ ਦਾ। ਤੁਹਾਨੂੰ ਕਹਿ ਦਿੰਦੇ ਤੁਸੀਂ ਕਿੱਥੋਂ ਤੱਕ ਸੋਚਿਆ ਵੀ ਤੁਹਾਨੂੰ ਉਹ ਭਰੋਸਾ ਦੇਣਗੇ ਤੇ ਤੁਸੀਂ ਆਪਣੇ ਅੰਦੋਲਨ ਕਿਤੇ ਰੋਕੋ? ਇੰਨਾ ਆਪਾਂ ਸਾਰੇ ਇੱਥੇ ਜਾਣਦੇ ਆ, ਜਥੇਬੰਦੀਆਂ ਵੀ ਜਾਣਦੀਆਂ, ਤੇ ਵਿਚਾਰ ਵੀ ਹੋਇਆ ਵੀ ਇੱਕ ਮੀਟਿੰਗ 'ਚ ਕਿਤੇ ਇਹ ਰੱਦ ਕਰਨ ਤੱਕ ਨਹੀਂ ਗੱਲ ਪਹੁੰਚ ਸਕਦੀ। ਪ੍ਰਾਇਮਰੀ ਮੀਟਿੰਗ ਇਹਨੂੰ ਆਪਾਂ ਕਹਿ ਸਕਦੇ ਆ। ਸਾਡੀ ਸ਼ਰਤ ਸੀ ਵੀ ਉਹ ਘੱਟੋ ਘੱਟ ਉਹ ਸ਼ਖਸ ਬੈਠਣ ਮੰਤਰੀ ਲੈਵਲ ਦੇ, ਜਿਹੜੀਆਂ ਪਾਰਲੀਮੈਂਟ 'ਚ ਬੈਠਦੇ ਨੇ, ਕਾਨੂੰਨ ਬਣਾਉਂਦੇ ਨੇ, ਉਹੀ ਲਾ ਸਕਦੇ ਨੇ। ਜਿਵੇਂ ਕਿ ਰਾਜਨਾਥ ਸਿੰਘ ਨੇ ਪਹਿਲਾਂ ਗੱਲ ਕੀਤੀ ਸੀ ਵੀ ਸਾਡੇ ਕੋਲ ਆਉਣਾ ਉਹਨਾਂ ਨੇ, ਪਰ ਲੈਟਰ ਜਿਹੜਾ ਆਇਆ ਉਦੋਂ ਮੰਤਰੀਆਂ ਦਾ ਵੱਖਰਾ ਦਾ ਆਇਆ, ਐਗਰੀਕਲਚਰ ਮੰਤਰੀ ਦਾ ਤੇ ਰੇਲ ਮੰਤਰੀ ਦਾ। ਅਸੀਂ ਤਾਂ ਵੀ ਸਵੀਕਾਰ ਕਰ ਲਿਆ ਵੀ ਜੋ ਵੀ ਮੰਤਰੀ ਨਾਲ ਗੱਲ ਕਰਾਂਗੇ, ਘੱਟੋ ਘੱਟ ਅਸੀਂ ਆਵਾਜ਼ ਆਪਣੀ ਪਹੁੰਚਾਉਣ 'ਚ ਸਫਲ ਹੋਵਾਂਗੇ ਤੇ ਉਹਨਾਂ ਨਾਲ ਆਪਣੀ ਰਾਏ ਰੱਖ ਕੇ ਜਾਵਾਂਗੇ ਵੀ ਤੁਹਾਡੇ ਕਾਨੂੰਨ ਕਿਹੜੀ ਗੱਲੋਂ ਇਹ ਗਲਤ ਨੇ। ਇੱਕ ਕਾਨੂੰਨ ਜਿਹੜਾ ਦੱਸਿਆ ਜਾਊਗਾ, ਜਿਹੜਾ ਸੈਂਟਰ ਸਰਕਾਰ ਨੇ ਸਟੇਟ ਦੇ ਹੱਕ ਖੋਏ ਨੇ ਕਾਨੂੰਨ ਬਣਾਉਣ ਦੇ ਵਿੱਚ, ਉਹ ਤੇ ਵਿਚਾਰ ਦਿੱਤੇ ਜਾਣਗੇ। ਜੇ ਬਾਈ ਜੀ, ਜੇ ਉਹ ਇਹ ਫੈਸਲਾ ਤੁਹਾਨੂੰ ਲੱਗਦਾ ਕਿ ਨਰਿੰਦਰ ਮੋਦੀ ਦਾ ਜਿਵੇਂ ਬਿਆਨ ਆ ਰਿਹਾ ਕਿ ਅਸੀਂ ਕਾਨੂੰਨ ਵਾਪਸ ਨਹੀਂ ਲਵਾਂਗੇ ਤੇ ਆਪਣੀ ਮੰਗ ਇਸੇ ਦੇ ਕਰੀਏ ਕਾਨੂੰਨ ਵਾਪਸ, ਜੇ ਉਹ ਕੱਲ ਨੂੰ ਇਹ ਕਹਿੰਦੇ ਨੇ ਕਿ 26-27 ਵਾਲਾ ਧਰਨਾ ਰੋਕ ਦਿਓ, ਉਸ ਤੋਂ ਬਾਅਦ ਗੱਲ ਕਰਾਂਗੇ, ਫਿਰ ਆਪਣਾ ਫੈਸਲਾ ਕੀ ਨਹੀਂ, ਉਹ ਨਹੀਂ। ਅੱਜ ਵੀ ਕੋਈ ਫੈਸਲਾ ਇਹ ਨਹੀਂ ਹੋਇਆ ਵੀ ਕੋਈ ਅਸੀਂ ਟੂਲ ਪਲਾਜ਼ਾ ਦੇ ਘੇਰੇ ਜਾਂ ਰਿਲਾਇੰਸ ਦੇ ਜੇ ਮਾਲ ਘੇਰੇ ਹੋਏ ਨੇ, ਉਹ ਜਿਉਂ ਦੇ ਤਿਉਂ ਚੱਲਦੇ ਪਏ ਨੇ। ਰੇਲਵੇ ਲਾਈਨਾਂ ਤੋਂ ਉੱਠ ਕੇ ਪਲੇਟਫਾਰਮ ਤੇ ਆ ਗਿਆ, ਪਲੇਟਫਾਰਮ ਤੋਂ ਉੱਠ ਕੇ ਪਾਰਕਾਂ 'ਚ, ਉਸ ਗੱਲ ਸਾਡੇ ਜਿਉਂ ਦੇ ਤਿਉਂ ਚੱਲ ਰਹੇ ਨੇ। ਸਿਰਫ ਗੱਲਬਾਤ ਲਈ ਕਿਤੇ ਇਹ ਨਾ ਹੋਵੇ ਵੀ ਸਰਕਾਰਾਂ ਇਹ ਸਮਝਣ ਜਾਂ ਲੋਕ ਸਮਝਣ ਵੀ ਜਥੇਬੰਦੀਆਂ ਗੱਲਬਾਤ ਲਈ ਤਿਆਰ ਨਹੀਂ, ਤਾਂ ਗੱਲਬਾਤ ਕਰਨ ਲਈ ਕੱਲ ਹੀ ਜਾ ਰਹੇ ਹਾਂ। ਪਹਿਲਾਂ ਤੁਸੀਂ ਕਹਿ ਰਹੇ ਸੀ ਚੰਡੀਗੜ੍ਹ ਆਉਣਾ, ਦਿੱਲੀ ਜਾਣ ਲਈ ਤਿਆਰ ਹੋ। ਪਹਿਲਾਂ ਤੁਸੀਂ ਕਹਿ ਰਹੇ ਸੀ ਚੰਡੀਗੜ੍ਹ ਮੀਟਿੰਗ ਨਹੀਂ ਕਰਾਂਗੇ, ਦਿੱਲੀ ਮੀਟਿੰਗ ਨਹੀਂ ਕਰਾਂਗੇ, ਤੁਸੀਂ ਤਿਆਰ ਹੋ। ਅੱਜ ਸਾਡੀ ਸਰਬਸੰਮਤੀ ਦਾ ਫੈਸਲਾ ਹੋ ਗਿਆ ਵੀ ਅਸੀਂ ਦਿੱਲੀ ਮੀਟਿੰਗ ਤੇ ਜਾਵਾਂਗੇ। ਕਾਦੀਆਂ ਸਾਹਿਬ ਰਾਜੇਵਾਲ ਸਾਹਿਬ ਛੱਡ ਕੇ ਚਲੇ ਗਏ ਨੇ, ਉਹ ਕਿਹਾ ਕਰਦੇ ਜੀ ਨਹੀਂ, ਉਹ ਕੱਲ ਦੀ ਤਿਆਰੀ ਜਿਹੜੀ ਅਸੀਂ ਕਰਨੀ ਆ ਡਰਾਫਟਿੰਗ, ਉਹ ਆਪਣੇ ਕਾਗਜ਼ ਤਿਆਰ ਕਰ ਲਈ ਸੀ। ਇੱਥੋਂ ਜਥੇਬੰਦੀ ਵੱਲੋਂ ਪਰਮਿਸ਼ਨ ਲੈ ਕੇ ਗਏ ਨੇ,
ਜਿਹੜੇ ਉਹਨਾਂ ਨੇ ਕੱਲ ਕਾਗਜ਼ ਤਿਆਰ ਕਰਕੇ ਜਿਹੜੀ ਤੇ ਫੈਸਲਾ ਹੋ ਗਿਆ, ਜਿਹੜਾ ਉਹਨਾਂ ਨੇ ਪੇਪਰ ਤਿਆਰ ਕੀਤਾ ਸੀ, ਉਹ ਫੈਸਲਾ ਹੋਣ ਤੋਂ ਬਾਅਦ ਕੁਝ ਅਮੈਂਡਮੈਂਟਸ ਨੇ, ਕੁਝ ਮੰਗਾਂ ਨੇ ਜਿਹੜੀਆਂ ਹੋਰ ਐਡ ਕਰਨੀਆਂ ਨੇ, ਉਹ ਆਪਦੀ ਤਿਆਰੀ ਕਰ ਲਈ ਗਈ। ਉਹਨਾਂ ਨੇ ਮਨਾ ਕਰਤੇ ਹੈ ਮੀਟਿੰਗ ਉਹ ਜਥੇਬੰਦੀਆਂ ਸਾਡੇ ਨਾਲ ਤਾਲਮੇਲ ਸੀਗੀਆਂ, ਉਹਨਾਂ ਦਾ ਨਿੱਜੀ ਫੈਸਲਾ, ਜਿਹੜੀਆਂ 30 ਜਥੇਬੰਦੀਆਂ ਤੇ ਬੈਠੀਆਂ ਉਹਨਾਂ ਦਾ ਫੈਸਲਾ ਕਰ ਜਾਣ। ਦਿੱਲੀ ਪੁਲਿਸ ਨੇ ਮਨਾ ਕਰ ਦਿੱਤਾ ਕਿ 26 ਨੂੰ ਉੱਤੇ ਧਰਨਾ ਨਹੀਂ ਪਰਮਿਸ਼ਨ ਨਹੀਂ ਦਿੱਤੀ ਗਈ, ਕੋਵਿਡ ਦਾ ਹਵਾਲਾ ਦਿੱਤਾ ਹੈ। ਹਾਲਾਂਕਿ ਉਸ ਤੋਂ ਪਹਿਲਾਂ ਜੇਕਰ ਅਸੀਂ ਦੇਖੀਏ ਬਿਹਾਰ ਦੇ ਵਿੱਚ ਇੰਡੀਆ ਰੈਲੀਆਂ ਹੋ ਗਈਆਂ, ਕੱਲ ਪ੍ਰਧਾਨ ਮੰਤਰੀ ਜਦੋਂ ਸਪੀਚ ਸੀ ਉਦੋਂ ਇੰਨਾ ਕੱਟ ਸੀਗਾ ਤੇ ਕਿਸਾਨਾਂ ਨੂੰ 26 ਨੂੰ ਧਰਨੇ ਲਾਉਣ ਤੋਂ ਕਿਉਂ ਮਨਾ ਕਰ ਦਿੱਤਾ, ਕਿਉਂ ਕਿਹਾ ਗਿਆ ਕਿ ਕੋਵਿਡ ਫੈਲ ਸਕਦਾ ਹੈ? ਇਹ ਸਰਕਾਰ ਦੀਆਂ ਰਣਨੀਤੀਆਂ ਹੁੰਦੀਆਂ ਨੇ, ਉਹਨਾਂ ਨੇ ਆਪਣੀ ਮਰਜ਼ੀ ਕਰਨੀ ਆ, ਪਰ ਸਾਡੀ ਤਿਆਰੀ ਪੂਰੀ ਆ। ਅਸੀਂ ਪਹਿਲਾਂ ਉੱਥੇ ਦੁਸਹਿਰਾ ਗਰਾਊਂਡ ਦੇ ਵਿੱਚ ਪਰਮਿਸ਼ਨ ਮੰਗੀ ਸੀ, ਪਹਿਲਾਂ ਜੇਪੀ ਦੇ ਬਾਅਦ ਉਹਨਾਂ ਨੇ ਕੈਂਸਲ ਕਰਤੀ। ਜੇਕਰ ਕੱਲ ਨੂੰ ਤੁਹਾਨੂੰ ਬਾਈ ਜੀ ਕੋਈ ਭਰੋਸਾ ਲੱਗਦਾ ਤੇ ਦੂਏ ਪਾਸੇ ਆਪਾਂ 26 ਨੂੰ ਪੂਰੇ ਦੇਸ਼ ਦਾ ਕੱਲ ਪੰਜਾਬ ਨੂੰ ਹੀ ਕਿਉਂ ਬੁਲਾਇਆ, ਸਾਰੇ ਦੇਸ਼ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਕਿਉਂ ਨਹੀਂ ਬੁਲਾਏ? ਕੀ ਲੱਗਦਾ ਇਹਦੇ ਪਿੱਛੇ ਕੋਈ ਮਨਸ਼ਾ ਹੈ? ਇਹ ਜਿਹੜਾ ਲੜਾਈ ਪਹਿਲਾਂ ਪੰਜਾਬ ਨੇ ਸ਼ੁਰੂ ਕੀਤੀ ਸੀ, ਪੰਜਾਬ ਆਪਣੀ ਲੜਾਈ ਲੈ ਕੇ ਅੱਗੇ ਗਿਆ। ਅਸੀਂ ਜਿਹੜੀਆਂ ਹਿੰਦੁਸਤਾਨ ਲੈਵਲ ਦੀਆਂ, ਭਾਰਤ ਲੈਵਲ ਦੀਆਂ ਜਿਹੜੀਆਂ ਜਥੇਬੰਦੀਆਂ ਬਣਾਈਆਂ, ਉਹਨਾਂ ਤੋਂ ਪੁੱਛ ਕੇ ਹੀ ਜਾ ਰਹੇ ਹਾਂ, ਉਹਨਾਂ ਦੀ ਸਹਿਮਤੀ ਨਾਲ ਉੱਥੇ ਜਾ ਰਹੇ ਹਾਂ ਮੀਟਿੰਗ ਕਰਨ, ਵੀ ਪਹਿਲ ਦੇ ਆਧਾਰ ਤੇ ਅਸੀਂ ਆਪਣੀ ਮੀਟਿੰਗ ਕਰੋ। ਬਾਅਦ 26 ਤੋਂ ਬਾਅਦ ਉਹਨਾਂ ਦੇ ਦੌਰ ਉਹਨਾਂ ਦੇ ਹੱਥ ਚ ਆ ਜਾਊਗਾ, ਫਿਰ ਉਹ ਜਿਹੜੀਆਂ ਅਸੀਂ ਕਮੇਟੀਆਂ ਉੱਪਰ ਬਣਾਈਆਂ ਨੇ ਉਹ ਫੈਸਲਾ ਲੈਣਗੇ। ਸਾਡੀ ਅਸਰ ਰਾਜਨਾਥ ਨਾਲ ਗੱਲ ਕੋਈ ਹੋਈ ਸੀ ਵਾਕਈ, ਜਾਂ ਉਹਨਾਂ ਵੱਲੋਂ ਕੋਈ ਵੀ ਜੁਮਲਾ ਛੱਡਿਆ ਜਾ ਰਿਹਾ? ਸਾਨੂੰ ਇਸ ਬਾਰੇ ਕੋਈ ਕਲੀਅਰ ਕਰ ਅੱਜ ਕੋਈ ਬੈਠਕ ਦੇ ਵਿੱਚ ਗੱਲਬਾਤ ਨਹੀਂ, ਗੁਰਮੀਤ ਸਿੰਘ ਰਾਜੇਵਾਲ ਕੋਈ ਗੱਲ ਨਹੀਂ ਕੀਤੀ ਕਿਸੇ ਨਹੀਂ, ਇਸ ਮੈਟਰ ਦੀ ਕੋਈ ਗੱਲ ਨਹੀਂ। ਤੇ ਜਿਹੜੀ ਦੀਵਾਲੀ ਆ, ਉਹ ਦੀਵਾਲੀ ਵਾਲੇ ਦਿਨ ਅਸੀਂ ਵਿਸ਼ਾਲ ਜਗਾ ਕੇ ਉਹ ਦੀਵਾਲੀ ਮਨਾਵਾਂਗੇ, ਵਿਸ਼ਾਲਾ ਜਗਾ ਕੇ। ਤੇ ਗੰਨੇ ਦਾ ਜਿਹੜਾ ਮੁੱਲ ਵਧਿਆ ਮੇਰੇ ਵਧਾਇਆ, ਪੰਜਾਬ ਵੱਲੋਂ ਬਿਲਕੁਲ ਵੀ ਨਹੀਂ ਵਧਾਇਆ ਗਿਆ, ਪਿਛਲੀ ਪੇਮੈਂਟਾਂ ਵੀ ਰਹਿੰਦੀਆਂ ਨੇ, ਜਿਹੜਾ ਕਿ ਇੰਟਰਸਟ ਸਮੇਤ ਅਸੀਂ ਅੱਜ ਮੰਗ ਕਰਦੇ ਹਾਂ ਪੁਰਜੋਰ ਵੀ ਉਹ ਇੰਟਰਸਟ ਸਮੇਤ ਪੁਰਾਣੀ ਪੇਮੈਂਟ ਦਿੱਤੀ ਜਾਵੇ। ਤੇ 310 ਰੁਪਏ ਜਿਹੜਾ ਰੇਟ ਆ, ਹਰਿਆਣੇ ਦੇ ਵਿੱਚ 340 ਸੀ, ਉਹ 350 ਕੀਤਾ ਗਿਆ, ਤੇ ਸਾਡਾ ਘੱਟੋ ਘੱਟ 520 ਰੁਪਏ ਸਵਾਮੀਨਾਥਨ ਰਿਪੋਰਟ ਦੇ ਹਿਸਾਬ ਨਾਲ ਕੀਤਾ ਜਾਂਦਾ। ਜਿਹੜੀਆਂ ਰੇਲ ਗੱਡੀਆਂ ਦੀ ਗੱਲ ਹੈ, ਟਰੈਕ ਛੱਡਣ ਵਾਲੀ ਗੱਲ ਸੀ ਕਿ ਉਹ ਜੇ ਮਾਲ ਗੱਡੀਆਂ ਨਹੀਂ ਚੱਲਦੀਆਂ, ਨਹੀਂ ਕੱਲ ਜੋ ਤੁਹਾਨੂੰ ਦਿੰਦੇ ਕੋਈ ਕਿਸੇ ਤਰ੍ਹਾਂ ਦਾ ਭਰੋਸਾ, ਉਹ ਅਗਲਾ ਪ੍ਰੋਗਰਾਮ ਕੀ ਹੋਊਗਾ ਰੇਲ ਗੱਡੀਆਂ ਦੇ ਟਰੈਕ ਤੇ ਬੈਠਣ ਦਾ ਜਾਂ ਨਾ ਬੈਠਣ? ਦੇਖੋ, ਅਸੀਂ ਜਦੋਂ ਟਰੈਕ ਤੋਂ ਉੱਠੇ ਸੀ, ਅਸੀਂ ਆਪਣੇ ਪੰਜਾਬ ਦੇ ਵਪਾਰੀਆਂ ਖਾਤਰ ਉੱਠੇ ਸੀ, ਅਸੀਂ ਆਪਦੀਆਂ ਮੰਗਾਂ ਖਾਤਰ, ਪੰਜਾਬ ਦੀ ਮੰਗਾਂ ਖਾਤਰ ਉੱਠੇ ਸੀ। ਵੀ ਜਿਹੜਾ ਪੰਜਾਬ 'ਚ ਵਪਾਰੀ ਸੀ, ਉਹ ਵਪਾਰੀ ਮੰਡਲ ਇਹ ਕਹਿ ਰਹੇ ਸੀ ਵੀ ਕਿਸਾਨਾਂ ਦੇ ਜ਼ਿੰਮੇ ਲਾ ਰਿਹਾ ਸੀ। ਅਸੀਂ ਪਲੇਟਫਾਰਮ ਤੇ ਆ ਗਏ ਤਾਂ ਵੀ ਸਰਕਾਰ ਨੇ ਆਪਣੀ ਜਿੱਦ ਲਈ ਛੱਡੀ ਨਾ ਚਲਾਇਆ। ਅਸੀਂ ਮਗਲੇ ਪਾਰਕਾਂ ਚਲੇ ਗਏ ਤਾਂ ਘੱਟੋ ਘੱਟ ਇਹ ਚੀਜ਼ ਸਾਬਤ ਹੋ ਗਈ ਆ ਵੀ ਸਰਕਾਰ ਪੰਜਾਬ ਨਾਲ ਕਿਹੋ ਜਿਹਾ ਧੱਕਾ ਕਰਨਾ ਜਾ ਰਹੀ ਆ। ਤਾਂ ਹੀ ਜਿਹੜੀ ਮੀਟਿੰਗ ਦੀ ਗੱਲ ਇੱਥੇ ਆਈ ਸੀ, ਪੰਜਾਬ ਨਾਲ ਹੀ ਕਿਉਂ ਪਹਿਲਾਂ ਕੀਤੀ ਜਾਂਦੀ ਆ, ਪੰਜਾਬ 'ਚ ਹੀ ਟ੍ਰੇਲਾਂ ਨਹੀਂ ਚੱਲਦੀਆਂ। ਆਪਾਂ MSP ਵਾਲੇ ਮੁੱਦੇ ਤੇ ਵੀ ਮੰਨਣ ਲਈ ਤਿਆਰ ਆ, ਜਾਂ ਕੱਲ ਨੂੰ ਲੱਗਦਾ ਕਿ ਅਸੀਂ ਸਿਰਫ ਇਸੇ ਗੱਲ ਤੇ ਰਹਿਣਾ ਕਿ ਬਿੱਲ ਵਾਪਸ ਹੋਣੇ ਚਾਹੀਦੇ ਨੇ? ਨਹੀਂ, ਬਿੱਲ ਵਾਪਸ ਦੇ ਵਿੱਚ ਪਹਿਲਾ ਮੁੱਦਾ ਹੀ MSP ਦਾ ਜੀ। ਉਹਦੇ ਵਿੱਚ ਜਿਹੜਾ MSP ਨੂੰ ਖਤਮ ਕਰ ਲਈਏ, ਬਿੱਲ ਲੈ ਕੇ ਆਉਂਦੇ ਨੇ ਪ੍ਰਾਈਵੇਟਾਈਜੇਸ਼ਨ ਨੂੰ ਅੱਗੇ ਲੈ ਕੇ ਆਓ। ਕਹਿੰਦੇ ਨੇ ਕਿ MSP ਦਾ ਭਰੋਸਾ ਦਿੰਦੇ ਨੇ ਤਾਂ ਆਪਣੀ ਬਾਕੀ ਮੰਗਾਂ ਕਿੱਥੇ ਜਾਣਗੀਆਂ? ਨਹੀਂ, ਭਰੋਸਾ ਪਹਿਲਾਂ ਵੀ ਦੇਤਾ ਸੀ, ਜਦ ਤੱਕ ਕਾਨੂੰਨ ਨਹੀਂ ਬਣਦਾ ਤੁਹਾਨੂੰ ਭਰੋਸਾ ਨਹੀਂ ਬਣਦਾ। ਕਾਬੀਨਾ ਜੀ, ਜਿਹੜਾ ਤੁਸੀਂ 26 ਤੇ 27 ਨੂੰ ਦਿੱਲੀ ਜਾਣਾ ਹੈ, ਤੇ ਪਿਛਲੀ ਵਾਰੀ ਜਿੰਨੀਆਂ ਵੀ ਇੱਥੋਂ ਰੈਲੀਆਂ ਅਲੱਗ-ਅਲੱਗ ਗਰੁੱਪਾਂ ਨੇ ਕੱਢੀਆਂ, ਉਹਨਾਂ ਨੂੰ ਹਰਿਆਣੇ ਤੇ ਉੱਤੇ ਸ਼ੰਭੂ ਬਾਰਡਰ ਕੋਲ ਰੋਕਿਆ ਜਾਂਦਾ ਹੈ। ਜਦ ਤੁਸੀਂ ਟਰਾਲੀਆਂ ਲੈ ਕੇ ਹਜ਼ਾਰਾਂ ਦੀ ਗਿਣਤੀ 'ਚ ਦਿੱਲੀ ਨੂੰ ਕੂਚ ਕਰੋਗੇ, ਜੇ ਹਰਿਆਣੇ ਤੋਂ ਅੱਗੇ ਨਾ ਟੱਪਣ ਦਿੱਤਾ ਗਿਆ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ? ਜਿਹੜੇ ਲੋਕ ਇੰਨੀ ਸ਼ਾਂਤਮਈ ਤਰੀਕੇ ਨਾਲ 45-47 ਦਿਨ ਦਾ ਸੰਘਰਸ਼ ਲੜ ਸਕਦੇ ਨੇ, ਜਿਹੜੀ ਵਿਰੋਧਮੰਦੀ ਤੁਸੀਂ ਪੁੱਛਦੇ ਪਏ ਹੋ, ਉਸ ਤੋਂ ਤਗੜੀ ਵਿਰੋਧਮੰਦੀ ਨਾਲ ਜਾਵਾਂਗੇ। ਤੇ ਜੇ ਕਿਤੇ ਸੜਕਾਂ ਤੇ ਰੋਕ ਲਿਆ, ਰੇਲਾਂ ਜਾਮ 45 ਦਿਨ ਹੋ ਗਏ ਕੀਤੀਆਂ ਤੇ ਸੜਕਾਂ ਨਹੀਂ ਚੱਲਣ।